ਸਤਿ ਸ੍ਰੀ ਅਕਾਲ ਜੀ। ਇੰਜੋਏ ਸਟੋਰੀਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਬਲਦੇਵ ਸਿੰਘ ਜੀ ਕਾਫੀ ਦੇਰ ਲਿਖਣ ਤੋਂ ਬਾਅਦ ਉੱਠੇ ਤੇ ਠੀਕ ਤਰ੍ਹਾਂ ਨਾਲ ਉੱਠ ਨਾ ਸਕੇ ਤੇ ਡਿੱਗ ਪਏ। ਉਹਨਾਂ ਨੇ ਦੁਬਾਰਾ ਉੱਠਣਾ ਚਾਹਿਆ ਪਰ ਹੱਥ ਪੈਰ ਬੇਜਾਨ ਹੀ ਰਹਿ ਗਏ। ਉਹ ਘਬਰਾ ਗਏ ਪਰ ਹਿੰਮਤ ਨਾ ਹਾਰੀ, ਉੱਠਣ ਦਾ ਯਤਨ ਕਰਦੇ ਰਹੇ। ਫਿਰ ਥੱਕ ਕੇ ਨਿਢਾਲ ਹੋ ਕੇ ਧਰਤੀ ਉੱਤੇ ਪਏ ਰਹੇ। ਉਹਨਾਂ ਨੇ ਚੀਕਣਾ ਕੁਰਲਾਉਣਾ ਚਾਹਿਆ ਪਰ ਜ਼ਬਾਨ ਜਿਵੇਂ ਉਹਨਾਂ ਦਾ ਸਾਥ ਨਾ ਦਿੱਤਾ ਤੇ ਉਹ ਬੋਲ ਨਾ ਸਕੇ। ਫਿਰ ਉਹਨਾਂ ਨੂੰ ਯਾਦ ਆਇਆ ਕਿ ਸਾਰੇ ਜਾਣੇ ਫਿਲਮ ਦੇਖਣ ਗਏ ਨੇ, ਹੁਣ ਤਾਂ ਆਉਣ ਵਾਲੇ ਹੀ ਹੋਣਗੇ। ਹੁਣ ਉਹਨਾਂ ਦੇ ਲਈ ਦਰਵਾਜ਼ਾ ਕੌਣ ਖੋਲ੍ਹੇਗਾ? ਵਿਚਾਰੇ ਬਾਹਰ ਖੜ੍ਹੇ ਖੜ੍ਹੇ ਹੀ ਠੰਡ ਵਿੱਚ ਨਾ ਕਿਤੇ ਆਕੜ ਜਾਣ। ਥੋੜ੍ਹੀ ਦੇਰ ਵਿੱਚ ਹੀ ਦਰਵਾਜ਼ੇ ਦੀ ਘੰਟੀ ਵੱਜੀ। ਸਾਰੇ ਆ ਚੁੱਕੇ ਸੀ। ਉਹਨਾਂ ਨੇ ਫਿਰ ਉੱਠਣਾ ਚਾਹਿਆ ਪਰ ਪਤਾ ਨਹੀਂ ਕੀ ਹੋ ਗਿਆ। ਇਹ ਸੋਚ ਕੇ ਉਹ ਹੈਰਾਨ ਹੋ ਗਏ ਸੀ। ਘੰਟੀ ਲਗਾਤਾਰ ਹੀ ਵੱਜੀ ਜਾ ਰਹੀ ਸੀ। ਉਹਨਾਂ ਦੀ ਪਤਨੀ ਤੇ ਬੇਟੇ ਤੇ ਬਹੂਆਂ ਦੇ ਨਾਲ ਇਕੱਲੀ ਜਾਣਾ ਹੀ ਨਹੀਂ ਚਾਹੁੰਦੀ ਸੀ, ਪਰ ਉਹਨਾਂ ਨੂੰ ਕੁਝ ਲਿਖਣ ਦਾ ਕੰਮ ਸੀ ਤਾਂ ਜ਼ਬਰਦਸਤ ਹੀ ਉਹਨਾਂ ਨੂੰ ਬੇਟਿਆਂ ਦੇ ਨਾਲ ਭੇਜ ਦਿੱਤਾ। ਵੈਸੇ ਨੂੰਹਾਂ ਬਹੁਤ ਸਿਆਣੀਆਂ ਨੇ। ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੰਮੀ ਪਾਪਾ ਉਹਨਾਂ ਦੇ ਨਾਲ ਨਾ ਜਾਣ ਤੇ ਉਹਨਾਂ ਦੇ ਨਾਲ ਵੀ ਨਾ ਲੱਗਣ, ਪਰ ਹੁਣ ਉਹ ਆਪਣੀ ਜਿੱਦ ਕਰਨ ਨੂੰ ਪਛਤਾ ਰਹੇ ਸੀ। ਕਿਉਂ ਭੇਜਿਆ ਸੀ ਪਤਨੀ ਨੂੰ ਉਹਨਾਂ ਦੇ ਨਾਲ? ਬਾਹਰ ਤੋਂ ਬੇਟੇ ਦੀ ਆਵਾਜ਼ ਆਉਂਦੀ ਪਈ ਸੀ ਕਿ ਪਾਪਾ ਪਾਪਾ ਦਰਵਾਜ਼ਾ ਖੋਲ੍ਹੋ। ਫਿਰ ਘਰ ਵਾਲੀ ਵੀ ਗੁੱਸੇ ਭਰੀ ਆਵਾਜ਼ ਸੁਣਾਈ ਦਿੱਤੀ ਕਿ ਬਲਜੀਤ ਤੂੰ ਦਰਵਾਜ਼ਾ ਤੋੜ ਦੇ। ਸ਼ਾਇਦ ਦੋਨੋਂ ਬੇਟੇ ਬੇਟਿਆਂ ਨੇ ਮਿਲ ਕੇ ਦਰਵਾਜ਼ਾ ਤੋੜਿਆ। ਘਰ ਵਿੱਚ ਵੜਦੇ ਹੀ ਪਾਪਾ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਤੇ ਉਹਨਾਂ ਨੇ ਮੈਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਾਪਾ ਪਾਪਾ। ਆਪਣੇ ਪਾਪਾ ਨੂੰ ਇਸ ਤਰ੍ਹਾਂ ਡਿੱਗੇ ਹੋਏ ਦੇਖਿਆ ਤਾਂ ਹਾਹਾਕਾਰ ਮਚ ਗਈ। ਜਲਦੀ ਨਾਲ ਦੋਨਾਂ ਬੇਟਿਆਂ ਨੇ ਮਿਲ ਕੇ ਉਹਨਾਂ ਨੂੰ ਬੈੱਡ 'ਤੇ ਲਿਟਾ ਦਿੱਤਾ। ਉਹਨਾਂ ਦੀ ਪਤਨੀ ਹਰਪਾਲ ਕੌਰ ਤਲੀਆਂ ਮਲਣ ਲੱਗੀ ਤੇ ਨੂੰਹਾਂ ਤੁਰੰਤ ਹੀ ਰਸੋਈ ਵਿੱਚ ਜਾ ਕੇ ਹਲਦੀ ਵਾਲਾ ਦੁੱਧ ਲੈ ਕੇ ਆ ਗਈਆਂ। ਹਰਿੰਦਰ ਨੇ ਆਪਣੀ ਪਤਨੀ ਦੇ ਹੱਥ ਵਿੱਚੋਂ ਪਾਣੀ ਦਾ ਗਲਾਸ ਲਿਆ ਤੇ ਪਾਪਾ ਜੀ ਨੂੰ ਹੱਥਾਂ ਦੇ ਸਹਾਰੇ ਨਾਲ ਚੱਕ ਕੇ ਪਾਣੀ ਪਿਲਾਇਆ, ਪਰ ਪਾਣੀ ਉਹਨਾਂ ਦੇ ਬੁੱਲ੍ਹਾਂ ਦੇ ਉੱਪਰ ਦੀ ਬਾਹਰ ਆਉਣ ਲੱਗਾ। ਪਤੀ ਦੀ ਇਹ ਹਾਲਤ ਦੇਖ ਕੇ ਹਰਪਾਲ ਕੌਰ ਵਿਲਕਣ ਲੱਗੀ। ਹਰਿੰਦਰ ਬਲਜੀਤ ਆਪਣੀਆਂ ਪਤਨੀਆਂ ਨੂੰ ਆਵਾਜ਼ ਦਿੱਤੀ ਕਿ ਮੰਮੀ ਨੂੰ ਆ ਕੇ ਸੰਭਾਲੋ ਤੇ ਡਾਕਟਰ ਨੂੰ ਬੁਲਾਉਣ ਦੇ ਲਈ ਚਲੇ ਗਏ। ਡਾਕਟਰ ਨੇ ਜਾਂਚ ਕਰਕੇ ਦੱਸਿਆ ਕਿ ਬਲਦੇਵ ਜੀ ਨੂੰ ਅਧਰੰਗ ਹੋ ਗਈ ਹੈ। ਇਹ ਸਭ ਸੋਚ ਕੇ ਸਾਰੇ ਹੈਰਾਨ ਹੋ ਗਏ ਕਿ ਹੁਣ ਕੀ ਹੋਵੇਗਾ। ਸਾਰਿਆਂ ਨੂੰ ਆਪਣੀ ਆਪਣੀ ਦੁਨੀਆ ਵਿੱਚ ਹਨੇਰ ਨਜ਼ਰ ਆਉਣ ਲੱਗਿਆ ਸੀ। ਡਾਕਟਰ ਨੇ ਦਵਾਈਆਂ ਤੇ ਮਾਲਿਸ਼ ਕਰਨ ਦੇ ਲਈ ਤੇਲ ਲਿਖ ਦਿੱਤਾ ਤੇ ਕਿਹਾ ਆਪਣੇ ਆਪ ਨੂੰ ਸੰਭਾਲੋ। ਤੁਸੀਂ ਸਾਰੇ ਜੇ ਘਬਰਾ ਗਏ ਤਾਂ ਇਹਨਾਂ ਨੂੰ ਕੌਣ ਸੰਭਾਲੂਗਾ? ਇਹਨਾਂ ਦੇ ਜੀਵਨ ਨੂੰ ਤਾਂ ਕੋਈ ਖਤਰਾ ਨਹੀਂ ਹੈ, ਪਰ ਕਦੋਂ ਤੱਕ ਠੀਕ ਹੋਣਗੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਸੇਵਾ ਕਰੋ, ਦਵਾਈ ਦਿਓ, ਸ਼ਾਇਦ ਤੁਹਾਡੀ ਮਿਹਨਤ ਰੰਗ ਲੈ ਆਵੇ ਤੇ ਬਲਦੇਵ ਜੀ ਠੀਕ ਹੋ ਜਾਣ। ਇੱਕ ਗੱਲ ਹੋਰ, ਘਰ ਦਾ ਵਾਤਾਵਰਨ ਸ਼ਾਂਤਮਈ ਰੱਖਣਾ। ਜੇ ਤੁਸੀਂ ਸਾਰੇ ਹਾਹਾਕਾਰ ਮਚਾਓਗੇ ਤਾਂ ਮਰੀਜ਼ ਦਾ ਮਨ ਸ਼ਾਂਤ ਨਹੀਂ ਰਹੇਗਾ। ਫਿਰ ਤਾਂ ਸਾਰੇ ਪਰਿਵਾਰ ਦਾ ਰੁਟੀਨ ਹੀ ਬਦਲ ਗਿਆ। ਸੁਬਾਹ ਵੀ ਫਿਕਰ ਕਰਦੇ ਉੱਠਦੇ, ਦੁਪਹਿਰ ਵੀ ਬਿਜੀ ਹੋ ਜਾਂਦੇ ਤੇ ਸ਼ਾਮ ਨੂੰ ਵੀ ਚਿੰਤਾ ਤੇ ਰਾਤ ਵੀ ਦੁਖਦਾਈ ਹੋ ਗਈ। ਬੇਟਿਆਂ ਨੇ ਕੁਝ ਦਿਨਾਂ ਦੇ ਲਈ ਛੁੱਟੀਆਂ ਲੈ ਲਈਆਂ। ਪਰ ਆਖਿਰ ਕਦੋਂ ਤੱਕ ਘਰ ਵਿੱਚ ਬੈਠੇ ਰਹਿੰਦੇ? ਸਾਰਿਆਂ ਦੀਆਂ ਉਲਝਣਾਂ, ਸਾਰੇ ਆਪਣੀਆਂ ਉਲਝਣਾਂ ਤੇ ਪਰੇਸ਼ਾਨੀਆਂ ਸੀ। ਸਾਰਿਆਂ ਨੂੰ ਆਪਣੇ ਆਪਣੇ ਕੰਮ ਸੀ, ਪਰ ਬਲਦੇਵ ਜੀ ਕਿੰਨੇ ਬੇਵੱਸ ਤੇ ਲਾਚਾਰ ਹੋ ਗਏ ਸੀ ਇਹ ਕੌਣ ਸਮਝ ਸਕਦਾ ਹੈ। ਪਰ ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ, ਪਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸਾਰਿਆਂ ਨੇ ਮਿਲ ਕੇ ਰਾਏ ਕੀਤੀ ਕਿ ਹੁਣ ਸੁਮਨ ਦੀਦੀ ਨੂੰ ਤਾਂ ਬਿਲਕੁਲ ਦੀਦੀ ਨੂੰ ਨਾ ਹੀ ਦੱਸੀਏ ਤਾਂ ਚੰਗਾ ਹੈ। ਇੰਨੀ ਦੂਰ ਅਮਰੀਕਾ ਤੋਂ ਕਿਵੇਂ ਆਵੇਗੀ ਤੇ ਪਰੇਸ਼ਾਨ ਹੁੰਦੀ ਰਹੇਗੀ। ਬੱਚਿਆਂ ਨੂੰ ਵੀ ਸਖਤ ਹਦਾਇਤ ਦੇ ਦਿੱਤੀ ਕਿ ਭੂਆ ਦਾ ਫੋਨ ਆਵੇ ਤਾਂ ਬਾਪੂ ਜੀ ਦੇ ਬਾਰੇ ਵਿੱਚ ਉਹਨਾਂ ਨੂੰ ਕੁਝ ਨਹੀਂ ਕਹਿਣਾ। ਸੁਮਨ ਦਾ ਜਦੋਂ ਵੀ ਫੋਨ ਆਉਂਦਾ ਤਾਂ ਉਹ ਆਪਣੇ ਪਾਪਾ ਨਾਲ ਗੱਲ ਕਰਨੀ ਚਾਹੁੰਦੀ ਸੀ। ਅਲੱਗ-ਅਲੱਗ ਬਹਾਨੇ ਬਣਾ ਦਿੱਤੇ ਜਾਂਦੇ
ਪਾਪਾ ਜੀ ਸੁਮਨ ਨਾਲ ਕੀ ਗੱਲ ਕਰ ਸਕਦੇ ਸੀ? ਉਹ ਤਾਂ ਜ਼ੁਬਾਨ ਵੀ ਨਹੀਂ ਸੀ ਹਿਲਾ ਸਕਦੇ। ਇੱਕ ਫਿਜ਼ੀਓਥੈਰੇਪਿਸਟ ਰੋਜ਼ ਆ ਕੇ ਪਾਪਾ ਨੂੰ ਹਲਕੇ ਹਲਕੇ ਯੋਗਾ ਕਰਾ ਜਾਂਦਾ। ਦੋਨੇ ਬੇਟਿਆਂ ਨੇ ਆਪਣੇ ਪਾਪਾ ਦੀ ਸਾਂਭ ਸੰਭਾਲ ਤੇ ਨਹਾਉਣ ਧਵਾਉਣ ਦੇ ਲਈ ਇੱਕ ਨੌਕਰ ਦਾ ਪ੍ਰਬੰਧ ਵੀ ਕਰ ਲਿਆ ਸੀ। ਮਾਲਿਸ਼ ਦਾ ਕੰਮ ਕਦੇ ਕਦੇ ਉਹ ਨੌਕਰ ਤੋਂ ਤੇ ਕਦੇ ਹਰਪਾਲ ਕੌਰ ਕਰਦੀ ਸੀ। ਡਾਕਟਰ ਦੀ ਨਸੀਹਤ ਦੇ ਕਾਰਨ ਬੱਚਿਆਂ ਨੂੰ ਪਾਪਾ ਜੀ ਦੇ ਕਮਰੇ ਤੋਂ ਦੂਰ ਹੀ ਰੱਖਦੇ ਤੇ ਜ਼ਿਆਦਾ ਦੇਰ ਉਹਨਾਂ ਦੇ ਕਮਰੇ ਵਿੱਚ ਨਾ ਆਉਣ ਦਿੰਦੇ। ਬਲਦੇਵ ਜੀ ਕਮਰੇ ਵਿੱਚ ਇਕੱਲੇ ਪਏ ਬੋਰ ਹੋ ਜਾਂਦੇ। ਬੇਟੇ ਤਾਂ ਕੰਮਕਾਜੀ ਸੀ ਤੇ ਕੰਮ ਦੇ ਲਈ ਘਰ ਤੋਂ ਬਾਹਰ ਹੀ ਰਹਿੰਦੇ ਸੀ ਤੇ ਨੂੰਹਾਂ ਵੀ ਆਪਣੇ ਆਪਣੇ ਕਮਰਿਆਂ ਵਿੱਚ ਜਾਂ ਫਿਰ ਰਸੋਈ ਵਿੱਚ ਖਾਣਾ ਵਗੈਰਾ ਬਣਾਉਂਦੀਆਂ ਤੇ ਹਰਪਾਲ ਕੌਰ ਨੂੰ ਫੜਾ ਕੇ ਚਲੀਆਂ ਜਾਂਦੀਆਂ ਤੇ ਕਹਿ ਦਿੰਦੀਆਂ, ਮੰਮੀ ਜੀ ਜੇ ਕੋਈ ਜ਼ਰੂਰਤ ਹੋਵੇ ਤਾਂ ਆਵਾਜ਼ ਮਾਰ ਦਿਓ। ਫਿਰ ਉਹ ਦੋਨੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਜਾਂਦੀਆਂ। ਪਾਪਾ ਦੀ ਬਿਮਾਰੀ ਨਾਲ ਕੰਮ ਵੀ ਤਾਂ ਬਹੁਤ ਵੱਧ ਗਏ ਸੀ। ਪਹਿਲਾਂ ਤਾਂ ਉਹਨਾਂ ਦੀ ਮਾਲਸ਼ ਬੇਟੇ ਕਰਦੇ ਸੀ, ਪਰ ਹੁਣ ਹਰਪਾਲ ਕੌਰ ਤੇ ਕਦੇ ਕਦੇ ਨੌਕਰ ਕਰ ਲੈਂਦਾ ਸੀ। ਹਰਪਾਲ ਕੌਰ ਉਹਨਾਂ ਨਾਲ ਦਿਨ ਭਰ ਦੀਆਂ ਗੱਲਾਂ ਕਰਦੀ, ਪਰ ਪਾਪਾ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਸੀ ਆਉਂਦਾ। ਹੌਲੀ ਹੌਲੀ ਉਹ ਬੋਲਣ ਦਾ ਯਤਨ ਕਰਦੇ, ਪਰ ਉਹਨਾਂ ਤੋਂ ਹੁਣ ਤਾਂ ਬਿਲਕੁਲ ਵੀ ਨਹੀਂ ਸੀ ਬੋਲਿਆ ਜਾ ਰਿਹਾ। ਬਲਦੇਵ ਜੀ ਨੇ ਆਪਣੀ ਪਤਨੀ ਹਰਪਾਲ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਉਹਨਾਂ ਦੇ ਕਮਰੇ ਵਿੱਚ ਖੇਡਣ ਦਿਆ ਕਰੋ, ਕੁਝ ਤਾਂ ਉਹਨਾਂ ਦਾ ਮਨ ਲੱਗੇ। ਪਰ ਮੂੰਹ ਵਿੱਚੋਂ ਅਜੀਬ ਆਵਾਜ਼ਾਂ ਨਿਕਲਦੀਆਂ, ਕੁਝ ਸਾਫ਼-ਸਾਫ਼ ਸੁਣਾਈ ਨਹੀਂ ਸੀ ਦਿੰਦਾ। ਹਰਪਾਲ ਕੌਰ ਪੁੱਛਦੀ ਹੀ ਰਹਿ ਜਾਂਦੀ ਕਿ ਕੀ ਕਹਿਣਾ ਚਾਹੁੰਦੇ ਹੋ, ਪਰ ਕੁਝ ਵੀ ਸਮਝਣ ਵਿੱਚ ਉਹ ਅਸਫਲ ਰਹੀ। ਬਲਦੇਵ ਜੀ ਬਹੁਤ ਬੇਵੱਸ ਹੋ ਜਾਂਦੇ। ਦੋਨੇ ਬੇਟੇ ਵੀ ਸੁਬਹ ਸ਼ਾਮ ਉਹਨਾਂ ਦੇ ਕੋਲ ਬੈਠ ਜਾਂਦੇ, ਪਰ ਆਖਿਰ ਕਦੋਂ ਤੱਕ? ਬਾਅਦ ਵਿੱਚ ਵੀ ਤਾਂ ਉਹ ਆਫਿਸ ਤੋਂ ਆ ਕੇ ਹਾਲ ਚਾਲ ਪੁੱਛ ਕੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਜਾਂ ਬਾਹਰ ਵਿਹੜੇ ਵਿੱਚ ਬੈਠ ਕੇ ਸਾਰੇ ਜਾਣੇ ਗੱਲਾਂ ਕਰਦੇ। ਬਹੂਆਂ ਵੀ ਉੱਥੇ ਹੀ ਬੈਠ ਕੇ ਕੁਝ ਨਾ ਕੁਝ ਕਰਦੀਆਂ ਤੇ ਬੱਚੇ ਜਾਂ ਤਾਂ ਖੇਡਦੇ ਜਾਂ ਫਿਰ ਪੜ੍ਹਦੇ, ਪਰ ਪਾਪਾ ਜੀ ਦੇ ਕਮਰੇ ਵਿੱਚ ਜਾਣ ਦੀ ਉਹਨਾਂ ਨੂੰ ਮਨਾਹੀ ਸੀ। ਹਰਪਾਲ ਕੌਰ ਵੀ ਹੁਣ ਪਾਪਾ ਜੀ ਦਾ ਕੰਮ ਨਿਪਟਾ ਕੇ ਬੇਟੇ ਤੇ ਬਹੂਆਂ ਦੇ ਨਾਲ ਵਿਹੜੇ ਵਿੱਚ ਬੈਠਣ ਲੱਗੀ। ਹੁਣ ਪਾਪਾ ਜੀ ਜ਼ਿਆਦਾਤਰ ਦਿਨ ਸਾਰਾ ਦਿਨ ਇਕੱਲੇ ਹੀ ਰਹਿੰਦੇ ਤੇ ਇਕੱਲੇ ਹੀ ਪਏ ਰਹਿੰਦੇ। ਪਹਿਲਾਂ ਖਬਰ ਮਿਲਦੇ ਹੀ ਬਲਦੇਵ ਜੀ ਦੇ ਦੋਸਤ ਘਰ ਵਿੱਚ ਆਉਣ ਲੱਗਦੇ ਸੀ। 3-4 ਦੋਸਤ ਨਾਲ ਆ ਜਾਂਦੇ ਤਾਂ ਉਹਨਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ। ਪਾਪਾ ਜੀ ਦਾ ਟਾਈਮ ਉਹਨਾਂ ਦੀਆਂ ਗੱਲਾਂ ਸੁਣ ਕੇ ਹੀ ਬੀਤ ਜਾਂਦਾ ਸੀ, ਪਰ ਕਦੇ-ਕਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਵੀ ਹੋਣ ਲੱਗਦੇ। ਇੱਕ ਦਿਨ ਸੁਖਦੇਵ ਜੀ ਕਹਿਣ ਲੱਗੇ, ਵੈਸੇ ਇਹ ਰੋਗ ਹੈ ਬਹੁਤ ਜਾਨਲੇਵਾ, ਛੇਤੀ ਠੀਕ ਨਹੀਂ ਹੁੰਦਾ। ਮੇਰੇ ਸਾਡੂ ਨੂੰ ਇਹ ਰੋਗ ਹੋਇਆ ਸੀ, 10 ਸਾਲ ਮੰਜੇ ਤੇ ਪਏ ਰਹੇ, ਹਿਲ ਜੁਲ ਵੀ ਨਹੀਂ ਸੀ ਸਕਦੇ। ਬਹੁਤ ਕਸ਼ਟ ਝੱਲੇ ਸੀ ਉਹਨਾਂ ਨੇ। ਕੋਲ ਬੈਠੇ ਢਿੱਲੋਂ ਸਾਹਿਬ ਨੇ ਵੀ ਕਿਹਾ, ਹਾਂ ਠੀਕ ਕਹਿੰਦੇ ਹੋ। ਕਈ ਸਾਲ ਪਹਿਲਾਂ ਮੇਰੇ ਸਕੇ ਫੁੱਫੜ ਜੀ ਇਸ ਬਿਮਾਰੀ ਨਾਲ 11 ਸਾਲ ਤੋਂ ਜੂਝ ਰਹੇ ਸੀ। ਵਿਚਾਰੀ ਭੂਆ ਬਹੁਤ ਪਰੇਸ਼ਾਨ ਰਹੀ, ਪੈਸਿਆਂ ਦੀ ਵੀ ਕਾਫੀ ਤੰਗੀ ਹੋ ਗਈ ਸੀ। ਉਹਨਾਂ ਨੂੰ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਹੱਥ ਅੱਡਣੇ ਪਏ। ਸ਼ੁਰੂ ਵਿੱਚ ਤਾਂ ਸਾਰੇ ਮਦਦ ਕਰਦੇ ਸੀ, ਪਰ ਹੌਲੀ ਹੌਲੀ ਸਾਰਿਆਂ ਨੇ ਹੱਥ ਖਿੱਚ ਲਿਆ। ਬਲਦੇਵ ਜੀ ਟੈਨਸ਼ਨ ਵਿੱਚ ਆ ਗਏ ਕਿ ਇਹਨਾਂ ਕਸ਼ਟਾਂ ਤੇ ਮੁਸ਼ਕਲਾਂ ਵਿੱਚੋਂ ਲੰਘਾਂਗੇ ਕਿਵੇਂ। ਉਹ ਅਤੇ ਉਹਨਾਂ ਦਾ ਸਾਰਾ ਪਰਿਵਾਰ ਜਿਵੇਂ ਇੰਨੇ ਸਾਲ ਬਿਸਤਰ ਉੱਤੇ ਪਿਆ ਰਿਹਾ ਤਾਂ ਪਹਾੜਾਂ ਵਰਗੇ ਵੱਡੇ ਵੱਡੇ ਦਿਨ ਕਿਵੇਂ ਲੰਘਣਗੇ। ਪਾਪਾ ਜੀ ਸਾਰਾ ਦਿਨ ਇਹੀ ਸੋਚਦੇ ਕਿ ਸਰੀਰ ਨੂੰ ਤਾਂ ਅਧਰੰਗ ਹੋਇਆ ਹੀ ਹੈ, ਦਿਮਾਗ ਵੀ ਕਿਉਂ ਨਾ ਸੌਂ ਗਿਆ, ਕਮ ਸੇ ਕਮ ਤਕਲੀਫ ਤੋਂ ਕੁਝ ਨਿਜਾਤ ਤਾਂ ਮਿਲ ਜਾਂਦੀ। ਬਸ ਪਾਪਾ ਜੀ ਛੱਤ ਦੀ ਵੱਲ ਵੇਖਦੇ ਹੀ ਰਹਿੰਦੇ ਤੇ ਦੂਰ ਤੋਂ ਆਉਂਦੀਆਂ ਚੀਜ਼ਾਂ ਦੀਆਂ ਆਵਾਜ਼ਾਂ ਸੁਣਦੇ ਰਹਿੰਦੇ। ਇੱਕ ਦਿਨ ਹਰਿੰਦਰ ਨੇ ਉਹਨਾਂ ਦੇ ਦੋਸਤਾਂ ਦੀਆਂ ਗੱਲਾਂ ਸੁਣ ਲਈਆਂ। ਉਹ ਉਸ ਸਮੇਂ ਪਾਪਾ ਜੀ ਦੇ ਮਾਲਸ਼ ਕਰ ਰਿਹਾ ਸੀ। ਕਈ ਦੋਸਤਾਂ ਉਹਨਾਂ ਨੂੰ ਬਹੁਤ ਤਸੱਲੀ ਦਿੰਦੇ ਸੀ, ਪਰ ਕੁਝ ਇਹੋ ਜਿਹੇ ਸੀ ਕਿ ਉਹਨਾਂ ਨੂੰ ਸਮਝ ਨਹੀਂ ਸੀ ਕਿ ਮਰੀਜ਼ ਕੋਲ ਕਿੱਦਾਂ ਦੀ ਗੱਲ ਕਰਨੀ ਚਾਹੀਦੀ ਹੈ। ਉਸਨੇ ਮਹਿਸੂਸ ਕੀਤਾ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਪਾਪਾ ਜੀ ਦਾ ਦਿਲ ਹੀ ਡਹਿਲ ਗਿਆ ਤੇ ਰੰਗ ਉੱਡ ਗਿਆ ਹੈ। ਉਸ ਤੋਂ ਬਾਅਦ ਉਸਨੇ ਸਾਰੀਆਂ ਗੱਲਾਂ ਪੂਰੇ ਪਰਿਵਾਰ ਨੂੰ ਦੱਸੀਆਂ। ਘਰ ਦੇ ਸਾਰੇ ਲੋਕ ਬਹੁਤ ਨਾਰਾਜ਼ ਹੋਏ ਕਿ ਅਸੀਂ ਸਾਰੇ ਤਾਂ ਉਹਨਾਂ ਦੀ ਇੰਨੀ ਸੇਵਾ ਕਰਦੇ ਹਾਂ ਤੇ ਉਹਨਾਂ ਦੇ ਦੋਸਤਾਂ ਨੇ ਇਹ ਕਹਿ ਦਿੱਤਾ ਕਿ ਇਹ ਕਦੇ ਠੀਕ ਨਹੀਂ ਹੋ ਸਕਣਗੇ। ਇਸ ਤੋਂ ਬਾਅਦ ਜਦੋਂ ਪਾਪਾ ਜੀ ਦੇ ਦੋਸਤ ਆਉਂਦੇ ਤਾਂ ਪਾਪਾ ਜੀ ਸੌਂ ਗਏ ਕਹਿ ਕੇ ਅਸੀਂ
ਉਹਨਾਂ ਨੂੰ ਬਾਹਰ ਤੋਂ ਹੀ ਵਿਦਾ ਕਰ ਦਿੰਦੇ। ਅਜਿਹਾ ਕਈ ਦਿਨਾਂ ਤੱਕ ਚੱਲਿਆ ਤਾਂ ਪਾਪਾ ਦੇ ਦੋਸਤਾਂ ਨੇ ਆਉਣਾ ਹੀ ਬੰਦ ਕਰ ਦਿੱਤਾ। ਹੁਣ ਪਾਪਾ ਜੀ ਡਾਕਟਰ ਦੇ ਸਿਵਾ ਅਤੇ ਨੌਕਰ ਦੇ ਬਿਨਾਂ ਬਾਕੀ ਸਾਰੀ ਦੁਨੀਆ ਤੋਂ ਪਾਸਾ ਹੀ ਵੱਟ ਗਏ ਸੀ। ਸੁਮਨ ਦੇ ਫੋਨ ਆਉਣ 'ਤੇ ਉਹਨੂੰ ਬਹਾਨੇ ਤਾਂ ਬਣਾ ਦਿੱਤੇ ਜਾਂਦੇ ਸੀ, ਪਰ ਆਖਿਰ ਕਦੋਂ ਤੱਕ? ਇੱਕ ਨਾ ਇੱਕ ਦਿਨ ਤਾਂ ਪਤਾ ਲੱਗ ਹੀ ਜਾਂਦਾ। ਇੱਕ ਦਿਨ ਛੋਟੀ ਨੂੰਹ ਨੇ ਦੱਸ ਹੀ ਦਿੱਤਾ ਤੇ ਸੁਮਨ ਬਹੁਤ ਨਾਰਾਜ਼ ਹੋਈ ਕਿ ਹੁਣ ਤੱਕ ਉਸ ਨੂੰ ਦੱਸਿਆ ਕਿਉਂ ਨਹੀਂ ਗਿਆ। ਕੀ ਵੀਰੇ ਨਹੀਂ ਸੀ ਚਾਹੁੰਦੇ ਕਿ ਉਹ ਪੇਕੀ ਆਵੇ? ਭਰਾਵਾਂ ਨੇ ਬਹੁਤ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੈ, ਉਹ ਇੰਨੀ ਦੂਰੋਂ ਇੰਨੀ ਆਸਾਨੀ ਨਾਲ ਨਹੀਂ ਆ ਸਕਦੀ ਤੇ ਅਸੀਂ ਤੈਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੇ। ਇਸ ਤੋਂ ਇਲਾਵਾ ਸਾਡੇ ਗੱਲ ਨਾ ਦੱਸਣ ਦੇ ਪਿੱਛੇ ਹੋਰ ਕੋਈ ਵੀ ਇਰਾਦਾ ਨਹੀਂ ਸੀ। ਪਰ ਸੱਚ ਵਿੱਚ ਸੁਮਨ ਤੁਰੰਤ ਨਹੀਂ ਆ ਸਕੀ, ਪਰ ਉਹਦਾ ਫੋਨ ਹੁਣ ਪਹਿਲਾਂ ਨਾਲੋਂ ਕਾਫੀ ਵਾਰ ਆਉਂਦਾ ਤੇ ਜਲਦੀ ਜਲਦੀ ਆਉਣ ਲੱਗਿਆ ਸੀ ਤੇ ਪਾਪਾ ਦੀ ਹਾਲਤ ਦਾ ਪੁੱਛਦੀ ਰਹਿੰਦੀ। ਇੱਕ ਦਿਨ ਕੀ ਹੋਇਆ ਕਿ ਪਾਪਾ ਜੀ ਨੂੰ ਘਰ ਵਿੱਚ ਕਾਫੀ ਰੌਲਾ ਸੁਣਾਈ ਦਿੱਤਾ, ਪਰ ਉਹਨਾਂ ਨੂੰ ਕੋਈ ਵੀ ਕੁਝ ਦੱਸ ਨਹੀਂ ਸੀ ਰਿਹਾ। ਬਲਜੀਤ ਦੇ ਵੱਲ ਪਾਪਾ ਜੀ ਪੁੱਛਣ ਵਾਲੀਆਂ ਨਜ਼ਰਾਂ ਨਾਲ ਦੇਖਣ ਲੱਗੇ, ਪਰ ਉਹ ਚੁੱਪ ਹੀ ਰਹਿੰਦੇ। ਪਰੇਸ਼ਾਨੀ ਉਹਨਾਂ ਨੂੰ ਖਾ ਰਹੀ ਸੀ। 2 ਦਿਨਾਂ ਦੇ ਬਾਅਦ ਹਰਿੰਦਰ ਆਇਆ। ਉਹ ਬਹੁਤ ਉਦਾਸ ਸੀ ਤੇ ਚੁੱਪਚਾਪ ਉਹਨਾਂ ਦੇ ਕੋਲ ਬੈਠ ਗਿਆ। ਉਹਨਾਂ ਨੇ ਬੜੇ ਪਿਆਰ ਨਾਲ ਸਵਾਲੀਆ ਨਿਗਾਹ ਨਾਲ ਉਸ ਨੂੰ ਦੇਖਿਆ। ਹਰਿੰਦਰ ਅਚਾਨਕ ਬੋਲ ਪਿਆ, ਪਾਪਾ ਜੀ ਤੁਸੀਂ ਵੀਰੇ ਨੂੰ ਸਮਝਾ ਦਿਓ, ਗੱਲ-ਗੱਲ ਤੇ ਮੈਨੂੰ ਭੱਜ ਕੇ ਨਾ ਪਵੇ। ਹੁਣ ਮੈਂ ਬੱਚਾ ਨਹੀਂ ਰਿਹਾ, ਖੁਦ ਬਾਲ ਬੱਚਿਆਂ ਵਾਲਾ ਹਾਂ। ਪਾਪਾ ਜੀ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਜਿਵੇਂ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਤੁਸੀਂ ਕਿੰਨੇ ਵੀ ਬਾਲ ਬੱਚਿਆਂ ਵਾਲੇ ਹੋ ਜਾਓ, ਪਰ ਵੱਡਿਆਂ ਦੇ ਲਈ ਹਮੇਸ਼ਾ ਤੁਸੀਂ ਛੋਟੇ ਹੀ ਰਹੋਗੇ। ਹਰਿੰਦਰ ਨੇ ਫਿਰ ਕਿਹਾ, ਵੀਰਾ ਹੁਣ ਗੱਲ-ਗੱਲ ਤੇ ਮੇਰੇ ਨਾਲ ਉਲਝਣ ਦੀ ਕੋਸ਼ਿਸ਼ ਕਰਦਾ ਹੈ। ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਪਾਪਾ ਜੀ। ਵਿਚਾਰੇ ਕੀ ਕਰਦੇ? ਸਮਝ ਗਏ ਕਿ ਦੋਨੇ ਭਰਾ ਉਹਨਾਂ ਦੀ ਬਿਮਾਰੀ ਤੋਂ ਇੰਨੇ ਦੁਖੀ ਹੋ ਚੁੱਕੇ ਨੇ ਕਿ ਆਪਣੀ ਭੜਾਸ ਇੱਕ ਦੂਜੇ ਉੱਤੇ ਕੱਢ ਰਹੇ ਨੇ। ਬਲਦੇਵ ਜੀ ਪੇਸ਼ੇ ਤੋਂ ਇੱਕ ਵਕੀਲ ਸੀ। ਸਰਕਾਰੀ ਨੌਕਰੀ ਉਹਨਾਂ ਨੇ ਕਦੇ ਨਹੀਂ ਸੀ ਕੀਤੀ। ਰੋਜ਼ ਕਮਾਉਂਦੇ ਰੋਜ਼ ਖਾਣ ਵਾਲੀ ਸਥਿਤੀ ਵਿੱਚ ਹੀ ਰਹੇ। ਉਹ ਮਿਹਨਤੀ ਤੇ ਕਾਬਿਲ ਵਕੀਲ ਸੀ, ਇਸ ਲਈ ਵਧੀਆ ਕਮਾ ਲੈਂਦੇ ਸੀ। ਬੱਚਿਆਂ ਨੂੰ ਵਧੀਆ ਖਵਾਇਆ, ਵਧੀਆ ਪਹਿਨਾਇਆ, ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕੀਤੀ ਤੇ ਸੰਸਕਾਰ ਵੀ ਬਹੁਤ ਵਧੀਆ ਦਿੱਤੇ। ਬਹੁਤ ਕੁਝ ਬਚਾਇਆ ਵੀ ਸੀ, ਜਿਸ ਤੋਂ ਉਹਨਾਂ ਨੇ ਇੱਕ ਵੱਡਾ ਹਿੱਸਾ ਆਪਣੀ ਬੇਟੀ ਦੇ ਵਿਆਹ ਅਤੇ ਘਰ ਬਣਾਉਣ ਵਿੱਚ ਲਗਾ ਦਿੱਤਾ। ਦੋਨਾਂ ਬੇਟਿਆਂ ਨੂੰ ਅਲੱਗ-ਅਲੱਗ ਘਰ ਬਣਾ ਕੇ ਦੇ ਸਕਦੇ ਸੀ, ਪਰ ਉਹਨਾਂ ਦਾ ਮੰਨਣਾ ਇਹ ਸੀ ਕਿ ਇੱਕ ਘਰ ਵਿੱਚ ਦੋਨਾਂ ਦੇ ਨਾਲ-ਨਾਲ ਰਹਿਣ ਨਾਲ ਪਰਿਵਾਰ ਮਜ਼ਬੂਤ ਬਣੂਗਾ। ਉਹਨਾਂ ਦੇ ਅਨੁਸਾਰ ਦੋਨਾਂ ਪਰਿਵਾਰਾਂ ਨੂੰ 2 ਨਹੀਂ ਬਲਕਿ ਇੱਕ ਹੀ ਪਰਿਵਾਰ ਮੰਨਿਆ ਜਾਵੇ। ਘਰ ਉਹਨਾਂ ਨੇ ਬੇਟੀ ਦੇ ਵਿਆਹ ਤੋਂ ਬਾਅਦ ਬਣਵਾਇਆ ਸੀ। ਦੋਨੇ ਬੇਟਿਆਂ ਨੇ ਪੜ੍ਹ ਲਿਖ ਕੇ ਕਮਾਉਣਾ ਸ਼ੁਰੂ ਕਰ ਦਿੱਤਾ। ਆਪਣੇ ਘਰ ਵਿੱਚ ਉਹਨਾਂ ਨੇ ਬੇਟਿਆਂ ਦੇ ਰੂਪ ਨਾਲ ਇੱਕ ਮਜ਼ਬੂਤ ਪਿੱਲਰ ਖੜੇ ਕਰ ਦਿੱਤੇ ਸੀ, ਜੋ ਇਸ ਘਰ ਦੀ ਛੱਤ ਕਦੇ ਨਹੀਂ ਡਿੱਗਣ ਦੇਣਗੇ। ਨੂੰਹਾਂ ਵੀ ਉਹਨਾਂ ਨੇ ਆਪਣੀ ਪਸੰਦ ਦੀਆਂ ਹੀ ਲਈਆਂ ਸੀ, ਨਾਰਮਲ ਘਰਾਂ ਦੀਆਂ ਕੁੜੀਆਂ ਤੇ ਸੰਸਕਾਰੀ, ਜੋ ਹੁਣ ਉਹਨਾਂ ਦੀ ਪ੍ਰੀਖਿਆ ਤੇ ਖਰੀਆਂ ਉਤਰੀਆਂ ਸੀ। ਸਿਮਰ ਤੇ ਕਿਰਨ ਵੀ ਹੁਣ ਮਿਲ ਜੁਲ ਕੇ ਰਹਿੰਦੀਆਂ ਸੀ। ਕਦੇ ਕੋਈ ਵੀ ਉਹਨਾਂ ਦੋਨਾਂ ਦੇ ਵਿੱਚ ਰੌਲਾ ਜਾਂ ਕਦੇ ਵੀ ਨਹੀਂ ਸੀ ਲੱਗਿਆ। ਬਸ ਸਿਰਫ ਬੱਚਿਆਂ ਦੇ ਲੜਾਈ ਝਗੜੇ ਹੀ ਹੁੰਦੇ ਰਹਿੰਦੇ। ਖੇਡਦੇ ਸਮੇਂ ਬਹੁਤ ਸ਼ਾਂਤੀ ਤੇ ਸੁੱਖ ਵਾਲਾ ਜੀਵਨ ਚੱਲ ਰਿਹਾ ਸੀ ਕਿ ਅਚਾਨਕ ਭੁਚਾਲ ਆ ਗਿਆ ਉਹਨਾਂ ਦੀ ਜ਼ਿੰਦਗੀ ਵਿੱਚ। ਉਹਨਾਂ ਨੇ ਆਪਣੇ ਬੇਟਿਆਂ ਦੀ ਲੜਾਈ ਝਗੜੇ ਤੋਂ ਪਰੇਸ਼ਾਨ ਹੋ ਕੇ ਉਹ ਡਹਿਲ ਗਏ ਕਿ ਕਿਤੇ ਇਹ ਭੁਚਾਲ ਉਹਨਾਂ ਦੇ ਘਰ ਨੂੰ ਤਰੇੜਾਂ ਹੀ ਨਾ ਪਾ ਦੇਵੇ। ਪਰ ਉਹਨਾਂ ਨੂੰ ਕਿਤੇ ਨਾ ਕਿਤੇ ਵਿਸ਼ਵਾਸ ਸੀ ਕਿ ਉਹਨਾਂ ਦੇ ਦੋਨੇ ਬੇਟੇ, ਜਿਨ੍ਹਾਂ ਨੂੰ ਉਹ ਮਜ਼ਬੂਤ ਪਿੱਲਰ ਮੰਨਦੇ ਸੀ, ਉਹ ਡਿੱਗਣ ਨਹੀਂ ਦੇਣਗੇ। ਪਰ ਹੁਣ ਇਹ ਡਰ ਬਣਿਆ ਹੋਇਆ ਸੀ। ਅਜਿਹੇ ਵਿੱਚ ਇੱਕ ਖਬਰ ਆਈ ਕਿ ਸੁਮਨ ਆਪਣੇ ਪਤੀ ਤੇ ਬੱਚਿਆਂ ਨਾਲ ਪੇਕੀ ਆ ਰਹੀ ਹੈ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਆ ਗਈ ਕਿ ਉਹ ਪਾਪਾ ਦੀ ਬਿਮਾਰੀ ਦੇ 3 ਸਾਲ ਬਾਅਦ ਆ ਰਹੀ ਸੀ। ਸੁਮਨ ਆਈ ਤੇ ਨਾਲ ਉਹਦੇ ਦੋਨੇ ਬੇਟੇ ਪਾਪਾ ਜੀ ਦੇ ਕੋਲ ਬੈਠੇ। ਉੱਥੇ ਹੀ ਉਹ ਰੋਜ਼ ਤਾਸ਼ ਖੇਡਦੇ, ਲੂਡੋ ਖੇਡਦੇ ਤੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਤੇ ਆਪਣੇ ਮਾਮਿਆਂ ਦੇ ਬੱਚਿਆਂ ਨਾਲ ਖੇਡਦੇ ਕੁੱਦਦੇ। ਬਲਜੀਤ ਤੇ ਹਰਿੰਦਰ ਦੇ ਬੱਚੇ ਬਹੁਤ ਹੈਰਾਨ ਹੋ ਗਏ ਕਿ ਉਹ ਪਾਪਾ ਜੀ ਦੇ ਕਮਰੇ ਵਿੱਚ ਖੇਡ ਸਕਦੇ ਨੇ। ਇਹਨਾਂ ਦੋਨਾਂ ਨੂੰ ਤਾਂ ਕੋਈ ਵੀ ਮਨਾ ਨਹੀਂ ਕਰਦਾ ਬਾਪੂ ਜੀ ਦੇ ਕੋਲ ਜਾਣ ਨੂੰ, ਪਰ ਰਿਸ਼ਤਾ ਹੀ ਅਜਿਹਾ ਸੀ ਕਿ ਉਹਨਾਂ ਦੇ ਕੋਈ ਵੀ ਬੰਦਿਸ਼ ਨਹੀਂ ਸੀ ਪਾ ਸਕਦਾ। ਸੁਮਨ ਦੇ ਜ਼ੋਰ ਪਾਉਣ ਤੇ
ਬਲਜੀਤ ਤੇ ਹਰਿੰਦਰ ਨੇ ਵੀ ਆਪਣੇ ਬੱਚਿਆਂ ਨੂੰ ਪਾਪਾ ਜੀ ਦੇ ਕੋਲ ਖੇਡਣ ਦੀ ਇਜਾਜ਼ਤ ਦੇ ਦਿੱਤੀ। ਕੀ ਪਤਾ ਇੰਜ ਕਰਨ ਨਾਲ ਹੀ ਕੋਈ ਫਾਇਦਾ ਹੋ ਜਾਵੇ। ਹੁਣ ਤੱਕ ਤਾਂ ਪਹਿਲਾਂ ਵਰਗੇ ਹੀ ਹਾਲਤ ਸੀ ਪਾਪਾ ਜੀ ਦੀ, ਪਰ ਇਹ ਪਰਿਵਰਤਨ, ਇਹ ਬਦਲਾਵ ਉਹਨਾਂ ਦੇ ਲਈ ਬਹੁਤ ਹੀ ਸੁੱਖ ਦੇਣ ਵਾਲਾ ਸੀ। ਹੁਣ ਤੱਕ ਸੁਮਨ ਕਿੱਥੇ ਸੀ, ਹੁਣ ਉਹਨਾਂ ਦਾ ਮਨ ਲੱਗਣ ਲੱਗਿਆ। ਹੌਲੀ ਹੌਲੀ ਉਹਨਾਂ ਵਿੱਚ ਜਿਉਣ ਦੀ ਇੱਛਾ ਜਾਗਣ ਲੱਗੀ ਸੀ। ਜੋ ਉਹਨਾਂ ਦੀ ਥਥਲਾਉਂਦੀ ਆਵਾਜ਼ ਸੀ, ਹੌਲੀ ਹੌਲੀ ਸਾਫ਼ ਸ਼ਬਦਾਂ ਵਿੱਚ ਬਦਲਣੀ ਸ਼ੁਰੂ ਹੋ ਗਈ। ਉਂਗਲਾਂ ਵਿੱਚ ਹਰਕਤ ਹੋਣ ਲੱਗੀ। ਸਾਰੇ ਖੁਸ਼ ਰਹਿਣ ਲੱਗੇ। ਇਸ ਸਧਾਰਨ ਨਾਲ ਸੁਮਨ ਦੇ ਵਾਪਸ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ। ਇੱਕ ਦਿਨ ਜਦੋਂ ਸੁਮਨ ਅਤੇ ਬੱਚੇ ਪਾਪਾ ਜੀ ਦੇ ਕੋਲ ਬੈਠੇ ਸੀ ਤੇ ਬਲਜੀਤ ਤੇ ਹਰਿੰਦਰ ਆਪਣੀ ਪਤਨੀ ਦੇ ਨਾਲ ਆ ਗਏ। ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ। ਪਾਪਾ ਜੀ ਦਾ ਦਿਲ ਬੈਠਣ ਲੱਗਿਆ। ਅਜਿਹੀ ਕੀ ਗੱਲ ਹੈ ਜੋ ਬੱਚਿਆਂ ਦੇ ਸਾਹਮਣੇ ਨਹੀਂ ਹੋ ਸਕਦੀ। ਵੱਡੇ ਬੇਟੇ ਬਲਜੀਤ ਨੇ ਅਟਕਦੇ ਨੇ ਬੋਲਣਾ ਸ਼ੁਰੂ ਕਰ ਦਿੱਤਾ। ਪਾਪਾ ਜੀ, ਅਸੀਂ ਤੁਹਾਨੂੰ ਕੁਝ ਦੱਸਣਾ ਹੈ। ਸੁਮਨ ਬੋਲੀ। ਕੀ ਗੱਲ ਹੈ ਬਲਜੀਤ? ਬਲਜੀਤ ਬੋਲਿਆ, ਦੀਦੀ, ਇਹ ਬਹੁਤ ਵਧੀਆ ਗੱਲ ਹੈ ਕਿ ਤੁਹਾਡੇ ਆ ਜਾਣ ਨਾਲ ਪਾਪਾ ਜੀ ਦੇ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਪਰ ਕੀ ਬੋਲੋ? ਬਲਜੀਤ ਬੋਲਣ ਲੱਗਿਆ। ਦੀਦੀ, ਪਾਪਾ ਜੀ ਦੀ ਬਿਮਾਰੀ ਦੇ ਕਾਰਨ ਹੁਣ ਸਾਡੀ ਦੋਨਾਂ ਦੀ ਹਾਲਤ ਠੀਕ ਨਹੀਂ ਰਹੀ। ਉਹ ਅੱਗੇ ਕੁਝ ਕਹਿੰਦੇ ਕਿ ਸੁਮਨ ਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ਉਹਨੇ ਦੋਨੇ ਭਰਾਵਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਪਰ ਦੋਨੇ ਭਰਾਵਾਂ ਨੇ ਤਾਂ ਪੂਰਾ ਮਨ ਬਣਾਇਆ ਸੀ, ਤਾਂ ਫਿਰ ਚੁੱਪ ਕਿਵੇਂ ਰਹਿੰਦੇ? ਪਾਪਾ ਜੀ, ਹਰਿੰਦਰ ਤੁਹਾਡੀ ਬਿਮਾਰੀ ਦਾ ਕੁਝ ਵੀ ਖਰਚਾ ਚੁੱਕਣ ਦੇ ਲਈ ਤਿਆਰ ਨਹੀਂ ਹੈ। ਹੁਣ ਤੱਕ ਮੈਂ ਇਕੱਲਾ ਹੀ ਸਾਰਾ ਖਰਚਾ ਕਰਦਾ ਸੀ। ਹਰਿੰਦਰ, ਜੋ ਹੁਣ ਤੱਕ ਚੁੱਪ ਸੀ, ਉਹ ਬੋਲਿਆ, ਪਾਪਾ ਜੀ, ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਇਹਦੇ ਜਿੰਨੀ ਤਨਖਾਹ ਨਹੀਂ ਹੈ, ਤਾਂ ਮੈਂ ਕੀ ਕਰਾਂ ਜੇ ਤੇਰੀ ਤਨਖਾਹ ਘੱਟ ਹੈ। ਬਲਜੀਤ ਬੋਲਿਆ, ਪਰ ਮੈਂ ਵੀ ਤਾਂ ਆਪਣਾ ਪਰਿਵਾਰ ਵੇਖਣਾ ਹੈ, ਉਹਨਾਂ ਦਾ ਵੀ ਖਿਆਲ ਰੱਖਣਾ ਹੈ। ਤੇਰਾ ਪਰਿਵਾਰ? ਲੇਕਿਨ ਮੈਂ ਤਾਂ ਸਮਝਦੀ ਸੀ ਕਿ ਇਹ ਪੂਰਾ ਪਰਿਵਾਰ ਇੱਕ ਹੀ ਹੈ। ਇੱਕ ਨਹੀਂ ਹੈ, ਸੁਮਨ ਨੇ ਕਿਹਾ। ਦੀਦੀ ਕਿਸ ਜ਼ਮਾਨੇ ਦੀਆਂ ਗੱਲਾਂ ਕਰ ਰਹੀ ਹੈ? ਹੁਣ ਉਹ ਜ਼ਮਾਨਾ ਨਹੀਂ ਰਿਹਾ। ਹੁਣ ਤੱਕ ਸਾਰੇ ਇੱਕ ਦੂਜੇ ਨਾਲ ਹੱਸ ਖੇਡ ਕੇ ਰਹਿ ਰਹੇ ਸੀ। ਤੁਸੀਂ ਦੇਖਣਾ ਕਿ ਤੁਹਾਡਾ ਇਹ ਲਾਡਲਾ ਵੀ ਕੁਝ ਸਾਲਾਂ ਬਾਅਦ ਮੇਰੇ ਤੋਂ ਆਪਣਾ ਹਿੱਸਾ ਮੰਗੂਗਾ। ਤਾਂ ਜੋ ਕੱਲ੍ਹ ਨੂੰ ਹੋਣਾ ਹੈ ਉਹ ਅੱਜ ਹੀ ਹੋ ਜਾਵੇ। ਨਾਲੇ ਹੁਣ ਤਾਂ ਤੁਸੀਂ ਤੇ ਪਾਪਾ ਜੀ ਦੇ ਸਾਹਮਣੇ ਹੋ ਜਾਵੇਗਾ। ਕੁਝ ਤਾਂ ਸ਼ਰਮ ਕਰੋ ਤੁਸੀਂ ਦੋਵੇਂ। ਪਾਪਾ ਜੀ ਨੂੰ ਠੀਕ ਤਾਂ ਹੋਣ ਦਿਓ। ਬੇਸ਼ਰਮੀ ਕਰਨ ਤੋਂ ਪਹਿਲਾਂ ਸੁਮਨ ਨੇ ਝਿੜਕਿਆ। ਤੇ ਹੁਣ ਤਾਂ ਪਾਪਾ ਜੀ ਵੀ ਠੀਕ ਹੋ ਰਹੇ ਨੇ। ਕੁਝ ਦਿਨ ਹੋਰ ਸਹਿ ਲਓ, ਫਿਰ ਕੁਝ ਵੀ ਵੰਡਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਪਾਪਾ ਜੀ ਠੀਕ ਹੋ ਗਏ ਤਾਂ ਉਹ ਵੀ ਕੁਛ ਨਾ ਕੁਛ ਕਰ ਲੈਣਗੇ। ਨਹੀਂ ਦੀਦੀ, ਤੁਸੀਂ ਨਹੀਂ ਸਮਝ ਰਹੇ। ਗੱਲ ਖਰਚੇ ਦੀ ਨਹੀਂ ਹੈ, ਨੀਅਤ ਦੀ ਹੈ। ਬਲਜੀਤ ਦੀ ਨੀਅਤ ਠੀਕ ਨਹੀਂ ਹੈ। ਹਰਿੰਦਰ ਬੋਲ ਪਿਆ। ਸੋਚ ਸਮਝ ਕੇ ਬੋਲੋ ਵੀਰ ਜੀ, ਮੇਰੀ ਨੀਅਤ ਵਿੱਚ ਕੋਈ ਕਮੀ ਤੇ ਕੋਈ ਖੋਟ ਨਹੀਂ ਹੈ। ਐਂ ਕਹਿ ਕੇ ਤੇਰੇ ਤੋਂ ਹੀ ਨਿਭਾਇਆ ਨਹੀਂ ਜਾਂਦਾ। ਹੁਣ ਬਲਜੀਤ ਨੇ ਗੱਲ ਕੱਟੀ। ਦੋਨੇ ਇੱਕ ਦੂਜੇ ਨੂੰ ਘੂਰ ਘੂਰ ਕੇ ਵੇਖ ਰਹੇ ਸੀ। ਚੁੱਪ ਕਰੋ ਦੋਵੇਂ, ਪਾਪਾ ਜੀ ਨੂੰ ਠੀਕ ਹੋਣ ਦਿਓ, ਫਿਰ ਕਰ ਲਿਓ ਜੋ ਦਿਲ ਵਿੱਚ ਆਵੇ। ਵੇਖੋ ਦੀਦੀ, ਤੁਸੀਂ ਬਾਪੂ ਜੀ ਦੀ ਬਿਮਾਰੀ ਦੇ ਬਾਰੇ ਵਿੱਚ ਜਾਣਨ ਦੇ ਬਾਅਦ ਹੁਣ 3 ਸਾਲ ਬਾਅਦ ਆ ਸਕੇ ਹੋ। ਹੁਣ ਬੁਲਾਉਣ 'ਤੇ ਤਾਂ ਤੁਸੀਂ ਆਓਗੇ ਨਹੀਂ। ਇਹ ਗੱਲ ਤੁਹਾਡੇ ਸਾਹਮਣੇ ਹੋ ਜਾਵੇ ਤਾਂ ਚੰਗਾ ਹੋਵੇਗਾ। ਫਿਰ ਤੁਹਾਨੂੰ ਬਾਅਦ ਵਿੱਚ ਕੋਈ ਸ਼ਿਕਾਇਤ ਹੋਈ ਤਾਂ। ਹਰਿੰਦਰ ਬੋਲਿਆ। ਹਰਿੰਦਰ, ਸੁਮਨ ਚੀਕ ਕੇ ਬੋਲੀ, ਮੈਂ ਤੁਹਾਡੇ ਦੋਨਾਂ ਦੀ ਤਰ੍ਹਾਂ ਬੇਸ਼ਰਮ ਨਹੀਂ ਹਾਂ ਜੋ ਅਜਿਹੀਆਂ ਗੱਲਾਂ ਕਰੂੰਗੀ। ਸੁਣ ਲਓ ਧਿਆਨ ਨਾਲ, ਮੈਨੂੰ ਆਪਣੇ ਮੰਮੀ ਪਾਪਾ ਦੀ ਖੁਸ਼ੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ। ਤੇ ਹਾਂ, ਵੰਡ ਦੇ ਬਾਅਦ ਮੰਮੀ ਪਾਪਾ ਦਾ ਕੀ ਹੋਵੇਗਾ ਦੱਸੋ? ਮਾਂ ਪਾਪਾ ਜੀ ਹਰਿੰਦਰ ਦੇ ਕੋਲ ਹੀ ਤਾਂ ਹੈ। ਮਾਂ ਦਾ ਲਾਡਲਾ ਹੈ, ਛੋਟਾ ਬੇਟਾ ਹੈ। ਬਲਜੀਤ ਨੇ ਝੱਟ ਹੀ ਜਵਾਬ ਦੇ ਦਿੱਤਾ। ਮੇਰੇ ਕੋਲ ਕਿਉਂ? ਤੁਸੀਂ ਵੱਡੇ ਹੋ, ਤੁਹਾਡੀ ਜ਼ਿੰਮੇਵਾਰੀ ਹੈ। ਹਰਿੰਦਰ ਨੇ ਨੇਲੇ ਤੇ ਦਹਿਲਾ ਮਾਰਿਆ। ਬਲਦੇਵ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਹਨਾਂ ਦੋਨਾਂ ਨੇ ਮਜ਼ਬੂਤ ਪਿੱਲਰ ਕਿੰਨੇ ਕਮਜ਼ੋਰ ਨਿਕਲੇ। ਉਹਨਾਂ ਦਾ ਘਰ ਅੱਜ ਖਿੱਲਰਦਾ ਨਜ਼ਰ ਆ ਰਿਹਾ ਸੀ। ਅੰਦਰ ਹੀ ਅੰਦਰ ਉਹ ਬਹੁਤ ਟੁੱਟ ਚੁੱਕੇ ਸੀ। ਹਰਪਾਲ ਕੌਰ ਨੇ ਵੀ ਮੈਨੂੰ ਕੋਈ ਵਿੜਕ ਨਹੀਂ ਲੱਗਣ ਦਿੱਤੀ। ਉਸਨੇ ਆਪਣੇ ਮਨ ਦੀ ਗੱਲ ਮਨ ਵਿੱਚ ਹੀ ਦੱਬੀ ਰੱਖੀ ਤੇ ਮੇਰੇ ਸਾਹਮਣੇ ਝੂਠਾ ਜਿਹਾ ਹੱਸਦੀ ਰਹੀ। ਉਹਨਾਂ ਦੀਆਂ ਨਜ਼ਰਾਂ ਹਰਪਾਲ ਕੌਰ ਨੂੰ ਲੱਭਣ ਲੱਗੀਆਂ। ਉਹ ਦਰਵਾਜ਼ੇ ਦੇ ਪਿੱਛੇ ਵਿਰਲ ਵਿੱਚ ਦੀ ਝਾਕਦੀ ਹੋਈ ਦਿਸੀ, ਬਹੁਤ ਜ਼ਿਆਦਾ ਡਰੀ ਤੇ ਸਹਿਮੀ ਹੋਈ।
ਦੋਨੇ ਬਹੂਆਂ ਵੀ ਉੱਥੇ ਹੀ ਸੀ। ਸ਼ਾਇਦ ਉਹ ਵੀ ਸਭ ਕੁਝ ਜਾਣਦੀਆਂ ਸੀ, ਪਰ ਉਹਨਾਂ ਦੇ ਚਿਹਰਿਆਂ ਤੋਂ ਅਜਿਹਾ ਕੁਝ ਵੀ ਨਹੀਂ ਲੱਗ ਰਿਹਾ ਸੀ। ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸੀ, ਚੁੱਪਚਾਪ ਖੜੀਆਂ ਸੀ ਦੋਨੇ। ਸੁਮਨ ਫਿਰ ਬੋਲੀ, ਇੰਨਾ ਸਭ ਕੁਝ ਤੈਅ ਕਰ ਲਿਆ ਆਪਣੇ ਆਪ, ਤਾਂ ਇਹ ਵੀ ਦੱਸੋ ਕਿ ਵੰਡ ਕਰਨੀ ਕਿਵੇਂ ਹੈ? ਇਹ ਵੀ ਸੋਚ ਲਿਆ ਹੋਵੇਗਾ ਤੁਸੀਂ। ਹੁਣ ਪਾਪਾ ਜੀ ਤਾਂ ਮਜਬੂਰ ਤੇ ਲਾਚਾਰ ਨੇ, ਕੁਝ ਬੋਲ ਨਹੀਂ ਸਕਦੇ। ਇੰਨਾ ਵੱਡਾ ਘਰ ਹੈ, ਵਿੱਚੋਂ ਦੀ ਇੱਕ ਕੰਧ ਕੱਢ ਦਿੰਨੇ ਆ ਜੋ ਵਿਹੜੇ ਨੂੰ ਵੀ ਬਰਾਬਰ ਵੰਡ ਦੇਵੇ। ਰਸੋਈ ਬਹੁਤ ਵੱਡੀ ਹੈ, ਵਿਹੜੇ ਦੇ ਵਿਚਕਾਰ ਹੈ, ਉਹਦੇ ਵਿੱਚ ਵੀ ਕੰਧ ਕੱਢ ਦੇਵਾਂਗੇ, ਬਲਜੀਤ ਨੇ ਕਿਹਾ। ਤੇ ਮੰਮੀ ਪਾਪਾ ਦੇ ਬਾਰੇ ਵਿੱਚ ਵੀ ਸੋਚ ਲਿਆ ਹੋਵੇਗਾ ਤੁਸੀਂ। ਉਹਨਾਂ ਦਾ ਕੀ ਹੋਵੇਗਾ, ਕੀ ਸੋਚਿਆ ਹੈ? ਸੁਮਨ ਦਾ ਚਿਹਰਾ ਲਾਲ ਹੋ ਗਿਆ ਸੀ। ਦੀਦੀ, ਤੁਸੀਂ ਅਮਰੀਕਾ ਵਿੱਚ ਰਹਿ ਕੇ ਇਹੋ ਜਿਹੀਆਂ ਨਾਦਾਨ ਗੱਲਾਂ ਕਰ ਰਹੇ ਹੋ? ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਉੱਥੇ ਬੁੱਢੇ ਤੇ ਅਪਾਹਿਜ ਮਾਤਾ ਪਿਤਾ ਕੀ ਕਰਦੇ ਨੇ? ਤੁਹਾਡੇ ਤੋਂ ਜ਼ਿਆਦਾ ਕੌਣ ਸਮਝੇਗਾ? ਬਲਜੀਤ ਬੋਲਿਆ ਤੇ ਸਾਰਿਆਂ ਨੇ ਸੁਣ ਲਿਆ। ਵੀਰਾ ਠੀਕ ਹੀ ਕਹਿ ਰਿਹਾ ਹੈ। ਅੱਜ ਕੱਲ੍ਹ ਇੱਥੇ ਭਾਰਤ ਵਿੱਚ ਵੀ ਅਜਿਹਾ ਇੰਤਜ਼ਾਮ ਹੈ। ਇੱਥੇ ਵੀ ਬਹੁਤ ਸਾਰੇ ਬਿਰਧ ਆਸ਼ਰਮ ਖੁੱਲ੍ਹ ਗਏ ਨੇ, ਹਰਿੰਦਰ ਨੇ ਕਿਹਾ। ਤਾਂ ਸੁਮਨ ਨੂੰ ਲੱਗਿਆ ਕਿ ਦੋਨੇ ਭਰਾ ਕਮ ਸੇ ਕਮ ਇਸ ਗੱਲ ਵਿੱਚ ਤਾਂ ਪੂਰੇ ਸਹਿਮਤ ਸੀ। ਦੋਨੋਂ ਹੀ ਆਪਣਾ ਆਪਣਾ ਫੈਸਲਾ ਸੁਣਾ ਕੇ ਬਾਹਰ ਚਲੇ ਗਏ। ਮੰਮੀ ਦਰਵਾਜ਼ੇ ਦੇ ਕੋਲ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਗਈ ਤੇ ਰੋਂਦੇ ਹੋਏ ਆਪਣੇ ਅਪਾਹਜ ਸੱਸ ਸਹੁਰੇ ਨੂੰ ਯਾਦ ਕਰਨ ਲੱਗੀ। ਹੁਣ ਤੁਸੀਂ ਕਿੱਥੇ ਹੋ ਬੇਬੇ ਬਾਪੂ ਜੀ? ਅਸੀਂ ਤਾਂ ਇੱਕ ਪੁੱਤ ਤੇ ਇੱਕ ਧੀ ਤੋਂ ਖੁਸ਼ ਸੀ। ਤੁਹਾਨੂੰ ਹੀ ਦੋ ਦੋ ਪੋਤੇ ਚਾਹੀਦੇ ਸੀ। ਜੇ ਇੱਕ ਹੀ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ। ਸੁਮਨ ਦੋਨਾਂ ਹੱਥਾਂ ਨਾਲ ਸਿਰ ਕੁੱਟਣ ਲੱਗੀ। ਜੀਜਾ ਜੀ ਜੋ ਹੁਣ ਤੱਕ ਚੁੱਪ ਸੀ, ਉਹਨਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਤੇ ਇਸ ਵਿੱਚ ਹੀ ਆਪਣਾ ਭਲਾ ਸਮਝਿਆ। ਕਿਤੇ ਇਹ ਨਾ ਹੋਵੇ ਕਿ ਦੋਨੇ ਸਾਲਿਆਂ ਨੂੰ ਕੁਝ ਕਿਹਾ ਤਾਂ ਉਹ ਇਹ ਨਾ ਕਹਿ ਦੇਣ ਕਿ ਜੀਜਾ ਜੀ ਤੁਹਾਨੂੰ ਕੀ ਕਮੀ ਹੈ, ਤੁਸੀਂ ਕਿਉਂ ਨਹੀਂ ਲੈ ਜਾਂਦੇ ਆਪਣੇ ਨਾਲ ਮੰਮੀ ਪਾਪਾ ਨੂੰ? ਬਲਦੇਵ ਜੀ ਬਹੁਤ ਪਰੇਸ਼ਾਨ ਹੋ ਕੇ ਆਪਣੇ ਦਿੱਤੇ ਹੋਏ ਸੰਸਕਾਰਾਂ ਵਿੱਚ ਗਲਤੀਆਂ ਕੱਢ ਰਹੇ ਸੀ। ਜਿਸ ਭਰੋਸੇ ਨਾਲ ਉਹਨਾਂ ਨੇ ਆਪਣੇ ਅਟੁੱਟ ਪਰਿਵਾਰ ਦੀ ਨੀਂਹ ਰੱਖੀ ਸੀ, ਉਹ ਭਰੋਸਾ ਹੁਣ ਟੁੱਟ ਚੁੱਕਿਆ ਸੀ। ਸਾਰਾ ਕੁਝ ਤਾਂ ਉਹਨਾਂ ਨੇ ਤੈਅ ਕੀਤਾ ਹੋਏ ਅਨੁਸਾਰ ਚੱਲ ਰਿਹਾ ਸੀ। ਸ਼ਾਇਦ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਜੇ ਉਹਨਾਂ ਉੱਤੇ ਇਹ ਮੁਸੀਬਤ ਨਾ ਆਉਂਦੀ। ਤਾਂ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ, ਜੋ ਇਹ ਦਰਸਾਉਂਦੀ ਹੈ ਕਿ ਮਨੁੱਖ ਕਿੰਨਾ ਸਵਾਰਥੀ ਹੋ ਗਿਆ ਹੈ, ਜੋ ਆਪਣੇ ਰਿਸ਼ਤਿਆਂ ਤੋਂ ਜ਼ਿਆਦਾ ਪੈਸੇ ਨੂੰ ਮਹੱਤਵ ਦਿੰਦਾ ਹੈ। ਆਪਣੇ ਰੱਬ ਵਰਗੇ ਮਾਪਿਓ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ। ਉਹ ਮਾਪਿਓ ਜਿਨ੍ਹਾਂ ਨੇ ਬੱਚਿਆਂ ਨੂੰ ਪਾਲ ਪਲੋਸ ਕੇ ਵੱਡਾ ਕਰ ਦਿੱਤਾ ਤੇ ਹੁਣ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਬੱਚਿਆਂ ਨੇ ਮੂੰਹ ਮੋੜ ਲਿਆ। ਜਦੋਂ ਤੱਕ ਮਾਂ-ਬਾਪ ਚੱਲਦੇ ਫਿਰਦੇ ਤੇ ਕੰਮ ਕਰਦੇ ਨੇ, ਉਹਨਾਂ ਨੂੰ ਖਵਾਉਂਦੇ ਰਹਿੰਦੇ ਨੇ, ਉਦੋਂ ਤੱਕ ਤਾਂ ਠੀਕ ਹੈ। ਪਰ ਜਦੋਂ ਉਹ ਮੰਜੇ ਤੇ ਪੈ ਜਾਂਦੇ ਨੇ ਤਾਂ ਸਾਰੇ ਨੱਕ ਬੁੱਲ ਵੱਟਣ ਲੱਗਦੇ ਨੇ ਤੇ ਉਹਨਾਂ ਨੂੰ ਸਭ ਸਾਂਭਣ ਤੋਂ ਕੰਨੀ ਕਤਰਾਉਂਦੇ ਨੇ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਇਹ ਸਭ ਕੁਝ ਵੇਖਣ ਨੂੰ ਬਹੁਤ ਮਿਲ ਰਿਹਾ ਹੈ। ਇਸ ਕਰਕੇ ਹੀ ਬਿਰਧ ਆਸ਼ਰਮਾਂ ਦੀ ਗਿਣਤੀ ਵੱਧ ਰਹੀ ਹੈ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਜੇ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।